कैश च सरकार नहीं दे सकती, पर उम्मीद भी जगाने की मेरे हिसाब नाल लोड़ नहीं सीगी, क्योंकि ये रिफॉर्म्स ਜਿਹੜੇ ਅੱਜ ਇਹਨਾਂ ਨੇ ਕਿਤੇ ਨਹੀਂ ਗਿਣਾਏ ਆ, ਇਹ ਪਹਿਲਾਂ ਹੀ ਚੱਲ ਰਹੇ ਆ ਸਰਕਾਰ ਵੱਲੋਂ, ਜਾਂ ਉਹਨਾਂ ਨੇ ਕਰਨੇ ਆ, ਬਜਟ ਦੇ ਵਿੱਚ ਆਏ ਵੇ ਆ। ਇਹ ਕਹਿੰਦੇ ਜੀ ਅਮਰੀਕਾ ਨੇ ਇੰਨੇ % GDP ਦਾ ਦਿੱਤਾ, ਜਾਪਾਨ ਨੇ ਇੰਨੇ % ਦਿੱਤਾ, ਅਸੀਂ ਵੀ ਉਹਨਾਂ ਦੇ ਬਰਾਬਰ ਦਿੱਤਾ। ਉਹਨਾਂ ਨੇ ਲੋਕਾਂ ਦੀ ਜੇਬ 'ਚ ਦਿੱਤਾ ਗਾ, ਉਹਨਾਂ ਨੇ ਫਾਈਨੈਂਸ਼ੀਅਲ ਪੈਕੇਜ ਨਹੀਂ ਦਿੱਤੇ ਇੰਡਸਟਰੀ ਨੂੰ ਚਲਾਉਣ ਲਈ। 20 ਲੱਖ ਕਰੋੜ ਦੇ ਪੈਕੇਜ ਦੇ ਅਧੀਨ ਅੱਜ ਪੰਜਵਾਂ ਤੇ ਜਿਹੜਾ ਆਖਰੀ ਜਿਹੜਾ ਹੈ ਭਾਗ ਦੀ ਜਿਹੜੀ ਜਾਣਕਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਵੱਲੋਂ ਦਿੱਤੀ ਗਈ ਹੈ। ਇਸ ਬਾਰੇ ਵੀ ਸਥਾਨ ਨਾਲ ਜਿਹੜੇ ਕਿ ਜਾਣਕਾਰੀ ਲੈਣ ਵਾਸਤੇ ਅਸੀਂ ਗੱਲਬਾਤ ਕਰਾਂਗੇ CA ਅਸ਼ਵਨੀ ਰਣਦੇਵ ਜੀ ਨਾਲ ਤੇ CA ਅਸ਼ਵਨੀ ਜਿੰਦਲ ਜੀ ਨਾਲ। ਸਭ ਤੋਂ ਪਹਿਲਾਂ ਅਸੀਂ ਅਸ਼ਵਨੀ ਰਣਦੇਵ ਜੀ ਨਾਲ ਗੱਲਬਾਤ ਕਰਦੇ ਹਾਂ। ਸਰ, ਅੱਜ 20 ਲੱਖ ਕਰੋੜ ਦੇ ਪੈਕੇਜ ਅਧੀਨ ਜਿਹੜਾ ਕਿ ਪੰਜਵਾਂ ਤੇ ਅਖੀਰਲਾ ਜਿਹੜਾ ਭਾਗ ਸੀਗਾ ਉਸ ਦੀ ਵੀ ਜਾਣਕਾਰੀ ਨਿਰਮਲਾ ਸੀਤਾਰਮਨ ਜੀ ਵਿੱਤ ਮੰਤਰੀ ਵੱਲੋਂ ਦਿੱਤੀ ਗਈ ਹੈ। ਤਾਂ ਤੁਹਾਨੂੰ ਕੀ ਲੱਗਦਾ ਕਿ ਹੁਣ ਤੱਕ ਜਿਹੜੇ 5 ਭਾਗ ਆਏ ਨੇ ਉਹ ਜਿਹੜੇ ਪੂਰੇ ਸੰਪੂਰਨ ਆਏ ਨੇ ਮੁਕੰਮਲ ਤੌਰ 'ਤੇ, ਉਹਦੇ ਵਿੱਚ ਕਿੰਨੀ ਆਮ ਜਨਤਾ ਨੂੰ ਲੈ ਕੇ ਉਸ ਨੂੰ ਵਿੱਚ ਰਾਹਤ ਹੈਗੀ, ਔਰ ਪੈਕੇਜ ਆਮ ਜਨਤਾ ਨੂੰ ਲੈ ਕੇ ਕਿੰਨਾ ਕੁ ਰਾਹਤ ਵਾਲਾ? ਦੇਖੋ, ਜਿਹੜਾ ਮੈਂ ਤਾਂ ਇਹ ਕਹੂੰਗਾ ਕਿ ਜਿਹੜੀ ਆ ਇੱਕ ਮੌਕਾ ਸੀਗਾ ਕਿ ਕੋਵਿਡ ਨੇ ਇੱਕ ਐਸੀ ਸਿਚੁਏਸ਼ਨ ਲਿਆਂਦੀ ਦੁਨੀਆ ਦੇ ਵਿੱਚ ਕਿ ਸਾਰੀਆਂ ਨੂੰ ਇੱਕ ਧਰਾਤਲ 'ਤੇ ਲਿਆਂਦਾ, ਅਤੇ ਇੱਕ ਮੌਕਾ ਕਿ ਸਾਰਿਆਂ ਨੇ ਇੱਥੇ ਲੀਪ ਜੰਪ ਕਰਨਾ, ਅਤੇ ਉਸ ਨਾਲ ਇੱਕ ਉਹ ਫਾਇਦਾ ਲੈਣ ਲਈ ਇਹਨਾਂ ਨੇ ਕਿਹਾ ਕਿ ਕਿਉਂ ਨਾ ਕੋਈ ਐਸੀਆਂ ਪੋਲਿਸੀ ਚੇਂਜਿਸ ਜਿਹੜੀਆਂ ਬੜੇ ਸਾਲਾਂ ਤੋਂ ਪੈਂਡਿੰਗ ਸੀਗੀਆਂ ਕੀਤੀਆਂ ਜਾਣ, ਕਿ ਜਿਹੜੀ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹਨੂੰ ਇੱਕ ਨਵੇਂ ਰੂਪ ਦੇ ਵਿੱਚ ਲਿਆਂਦਾ ਜਾਵੇ। ਇਹਦਾ ਸਾਰਾ ਫਾਇਦਾ ਲੈਣ ਲਈ ਇਹ ਇੱਕ ਤਰ੍ਹਾਂ ਦਾ ਉਹਨਾਂ ਨੇ ਇੱਕ ਓਪਰਚੁਨਿਟੀ ਨੂੰ ਜਿਹੜਾ ਹੈ, ਜਾਂ ਕਹਿ ਲਓ ਕਿ ਜਿਹੜਾ ਕੋਵਿਡ ਦੀ ਜਿਹੜੀ ਇੱਕ ਆਪਦਾ ਆਈ ਆ ਉਹਨੂੰ ਓਪਰਚੁਨਿਟੀ 'ਚ ਬਦਲਣ ਦੀ ਕੋਸ਼ਿਸ਼ ਕੀਤੀ ਆ। ਇਹ 'ਚ ਮੇਜਰ ਜਿਹੜੇ ਹੈ, ਦੇਖੋ ਗਰੀਬਾਂ ਲਈ ਜਿੱਦਾਂ ਫ੍ਰੀ ਅਨਾਜ ਦਿੱਤਾ, ਜਾਂ ਉਹਨਾਂ ਨੂੰ ਹੋਰ ਜਿੱਦਾਂ ਅੱਜ ਹੀ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਇਹਨਾਂ ਨੇ ਮਨਰੇਗਾ ਦੇ ਵਿੱਚ ਜਿਹੜੀ ਆਊਟਲੇ ਆ 61,000 ਤੋਂ 40,000 ਕਰੋੜ ਹੋਰ ਵਧਾਤੀ ਹੈ, ਕਿਉਂਕਿ ਤੁਸੀਂ ਦੇਖਿਆ ਕਿ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ, ਅਤੇ ਉਹ ਮਾਈਗ੍ਰੇਸ਼ਨ ਜਦੋਂ ਵਰਕਰਾਂ ਨੇ ਔਰ ਆਪਣੇ ਘਰਾਂ 'ਚ ਜਲ ਜਾਣਾ ਪਿੰਡਾਂ ਦੇ ਵਿੱਚ, ਅਤੇ ਉੱਥੇ ਵੀ ਕੰਮ ਚਾਹੀਦਾ, ਅਤੇ ਉਹਨੂੰ ਐਡਰੈਸ ਕਰਨ ਲਈ 40,000 ਕਰੋੜ ਉਹਨਾਂ ਨੇ ਹੋਰ ਮਨਰੇਗਾ ਦੇ ਵਿੱਚ ਆਊਟਲੇ ਵਧਾਈ ਆ। ਇਸ ਤੋਂ ਇਲਾਵਾ ਅੱਜ ਦੇਖਿਆ ਹੋਣਾ ਕਿ ਸਾਰਾ ਰੀਅਲਾਈਜੇਸ਼ਨ ਹੋਈ ਹੈ ਕਿ ਜਿਹੜੀ ਹੈਲਥ ਦੇ ਵਿੱਚ ਜਿਹੜੀ ਇਨਫਰਾਸਟਰਕਚਰ ਹੈ ਬੜਾ ਇੰਪੋਰਟੈਂਟ ਆ। ਉਹਨਾਂ ਨੇ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਇਨਫੈਕਸ਼ੀਅਸ ਜਿਹੜਾ ਹੈਗਾ ਇੱਕ ਵਾਰਡ, ਜਾਂ ਕਹਿ ਲਓ ਕਿ ਇੱਕ ਬਲਾਕ ਬਣਾਇਆ ਜਾਊਗਾ। ਉਸ ਤੋਂ ਇਲਾਵਾ ਹਰ ਬਲਾਕ ਲੈਵਲ ਦੇ ਉੱਤੇ ਇੱਕ ਲੈਬ ਦਾ ਵੀ ਅਰੇਂਜਮੈਂਟ ਕੀਤਾ ਜਾਊਗਾ। ਅਤੇ ਬੇਸਿਕਲੀ ਮੈਂ ਇਹ ਕਹੂੰਗਾ ਕਿ ਜਿਹੜਾ ਜੇ ਸਾਰੇ ਲੋਕਾਂ ਨੂੰ ਇੱਕ ਲੱਗ ਰਿਹਾ ਸੀਗਾ ਕਿ ਜਿਹੜਾ 20 ਲੱਖ ਕਰੋੜ ਆ, ਪਤਾ ਨਹੀਂ ਸਾਨੂੰ ਇਹਦੇ 'ਚ ਕਿੰਨਾ ਸਾਡੀਆਂ ਜੇਬਾਂ 'ਚ ਆ ਜਾਣਾ, ਇਹੋ ਜਿਹੀ ਗੱਲ ਨਾ ਤਾਂ ਗੌਰਮੈਂਟ ਕੋਲ ਇੰਨੇ ਰਿਸੋਰਸਿਸ ਹੈ, ਅਤੇ ਨਾ ਹੀ ਮੈਂ ਕਹਾਂਗਾ ਕਿ ਕੋਈ ਪ੍ਰੂਡੈਂਟ ਕੋਈ ਇਕਨੋਮਿਕ ਪੋਲਿਸੀ ਹੈ। ਅਤੇ ਜੋ ਕੀਤਾ ਕਿ ਜਿਹਨੂੰ ਜਿੰਨਾ ਦੇ ਸਕਦੇ ਸੀ ਸਰਕਾਰ, ਤਾਂ ਕਿ ਤੁਹਾਡਾ ਫਿਜ਼ੀਕਲ ਡੈਫਿਸਿਟ ਵੀ, ਤੁਹਾਡੀਆਂ ਫਾਈਨੈਂਸ਼ੀਅਲਸ ਵੀ ਠੀਕ ਰਹਿਣ, ਕਰਦੇ ਬੜਾ ਕੁਛ ਉਹਨਾਂ ਨੇ ਸਾਰਾ ਅਕੋਰਡਿੰਗਲੀ ਵੰਡਿਆ। ਪਰ ਐਟ ਦੀ ਸੇਮ ਟਾਈਮ ਜਿਹੜਾ ਸਾਰਿਆਂ ਨਾਲੋਂ ਇੰਪੋਰਟੈਂਟ ਜਿਹੜੀ ਮੈਨੂੰ ਚੀਜ਼ ਲੱਗੀ ਹੈ ਕਿ ਜਿਹੜੀਆਂ ਪੋਲਿਸੀਜ਼ ਜਿਹੜੀਆਂ ਕਈ ਸਾਲਾਂ ਤੋਂ ਪੈਂਡਿੰਗ ਸੀਗੀਆਂ, ਜਿਹੜੀਆਂ ਕਿ ਤੁਹਾਡੀਆਂ ਇਕਨੋਮਿਕ ਡਿਵੈਲਪਮੈਂਟ, ਜਾਂ ਜਿਹਨੂੰ ਕਹਿ ਲਵਾਂਗੇ ਆਪਾਂ ਇੱਕ ਜੰਪ ਜਿਹੜਾ ਇਕਨੋਮਿਕ ਲਗਾਉਣਾ, ਉਹਦੇ ਜਿੰਨੇ ਇੰਪੈਡੀਮੈਂਟ ਸੀਗੇ ਉਹਨਾਂ ਨੂੰ ਇਹ ਦੂਰ ਕਰਨ ਦੀ ਇਹਨਾਂ 'ਚ ਕੋਸ਼ਿਸ਼ ਕੀਤੀ ਹੈ। ਐਗਰੀਕਲਚਰ 'ਚ ਰਿਫੋਰਮ ਕੀਤੇ ਹੈ, ਮਾਈਨਿੰਗ 'ਚ ਰਿਫੋਰਮ ਕੀਤੇ ਹੈ, ਅਤੇ ਨਾਲ ਜਿੱਦਾਂ ਦੇਖਿਆ ਹੁਣ FDI 'ਚ, ਡਿਫੈਂਸ ਦੇ ਵਿੱਚ, ਅੱਜ PSU 'ਚ ਰਿਫੋਰਮ ਕੀਤੇ ਹੈ। ਇਹ ਸਾਰੇ ਇੱਕ ਬਹੁਤ ਹੀ ਇੰਪੋਰਟੈਂਟ ਪੋਲਿਸੀ ਚੇਂਜਿਸ ਹੈ, ਅਤੇ ਜਦੋਂ ਇਹਦੀ ਪ੍ਰੋਪਰ ਡਿਟੇਲ ਆਊਗੀ, ਅਤੇ ਜਦੋਂ ਇਹ ਪ੍ਰੋਪਰਲੀ ਜੇ ਇੰਪਲੀਮੈਂਟ ਹੋ ਜਾਣ, ਅਤੇ ਜਿਹੜੀ ਗਰੋਥ ਹੈ ਤੁਸੀਂ ਦੇਖਣਾ ਕਿ ਵਿਦਇਨ ਇਹ ਸ਼ਾਰਟ ਟਰਮ ਮੈਜਰ ਨਹੀਂ ਹੈਗੇ, ਇਹ ਮੀਡੀਅਮ ਅਤੇ ਲੌਂਗ ਟਰਮ ਹੈ। 1-2 ਸਾਲ ਦੇ ਵਿੱਚ ਜਿਹੜਾ ਸਾਡਾ ਇੱਕ ਡਰੀਮ ਹੈ 5 ਟ੍ਰਿਲੀਅਨ ਇਕੋਨਮੀ ਦਾ, ਅਤੇ ਜੇ ਸਾਰਾ ਕੁਝ ਠੀਕ ਰਹਿੰਦਾ, ਬਹੁਤਾ ਲੰਬਾ ਨਹੀਂ ਖਿੱਚਦਾ ਕੋਵਿਡ ਵਾਲਾ, ਅਤੇ ਉਹ ਡਰੀਮ ਇਹਨਾਂ ਪੋਲਿਸੀ ਚੇਂਜਿਸ ਨਾਲ ਹੀ ਦੂਰ ਆਪਣਾ ਅਚੀਵ ਹੋਣਾ, ਅਦਰਵਾਈਜ਼ ਨਹੀਂ ਹੋਣਾ। ਅਤੇ ਮੈਂ ਸਾਰੀਆਂ ਜਿਹੜੀ ਐਕਸਰਸਾਈਜ਼ ਹੈ ਇਹਦੇ ਵਿੱਚ ਜਿਹੜੀਆਂ ਪੋਲਿਸੀ ਚੇਂਜਿਸ ਹੈ, ਮੇਰੇ ਹਿਸਾਬ ਨਾਲ ਉਹ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਇਹਦਾ ਵਿੱਚ ਇੱਕ ਆਸਪੈਕਟ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਮੱਧ ਵਰਗ ਨੂੰ ਅਤੇ ਇੱਕ ਆਮ ਇਨਸਾਨ ਨੂੰ ਕਿੰਨਾ ਕੁ ਫਾਇਦਾ ਹੋਣ ਵਾਲਾ? ਦੇਖੋ, ਇਸ ਵੇਲੇ ਫਾਇਦਾ ਵਾਲੀ ਗੱਲ ਤਾਂ ਘੱਟ ਹੈ, ਅਤੇ ਇਸ ਵੇਲੇ ਸਰਵਾਈਵਲ ਦਾ ਕੁਐਸਚਨ ਹੈ। ਦੇਖੋ, ਇਹਦੇ 'ਚ ਸਾਰਿਆਂ ਨਾਲ ਜਿਹੜੀ ਇੰਪੋਰਟੈਂਟ ਚੀਜ਼ ਮੈਂ ਸਮਝਦਾ ਕਿ ਜਿਹੜੀ ਸਪਲਾਈ ਸਾਈਡ ਹੈ, ਗੌਰਮੈਂਟ ਨੇ ਉਹਨੂੰ ਕਾਫੀ ਐਡਰੈਸ ਕੀਤਾ ਕਿ ਲੋਨ ਮਿਲੂਗੇ ਸਾਰਾ, ਪਰ ਜਿਹੜਾ ਇੱਕ ਥੋੜ੍ਹਾ ਜਿਹਾ ਜਿੱਥੇ ਮੈਂ ਸਮਝਦਾ ਕਿ ਸਰਕਾਰ ਨੇ ਜਾਂ ਮੰਤਰੀ ਜਿੱਥੇ ਲੈਕ ਕੀਤੇ ਹੈ, ਉਹ ਹੈ ਕਿ ਡਿਮਾਂਡ ਸਾਈਡ ਨੂੰ ਉਹਨਾਂ ਨੇ ਤੇਜ਼ ਕਰਨ ਦੀ ਕੋਸ਼ਿਸ਼, ਜਾਂ ਡਿਮਾਂਡ ਸਾਈਡ ਨੂੰ ਕ੍ਰੀਏਟ ਕਰਨ ਦੀ ਇਹ 'ਚ ਬਹੁਤ ਘੱਟ ਐਫਰਟ ਹੈ। ਅਤੇ ਉਹ ਜਿੱਦਾਂ ਕਹਿ ਰਹੇ ਕਿ ਸਭ ਨੂੰ ਪੈਸਾ ਦੇ ਦਿਓ, ਇਹ ਕਰ ਦਿਓ, ਮੀਨਸ ਕਿ ਜਦ ਤੱਕ ਲੋਕਾਂ ਦੀ ਡਿਸਪੋਜ਼ੇਬਲ ਇਨਕਮ ਨਹੀਂ ਵਧਣੀ, ਅਤੇ ਡਿਮਾਂਡ ਸਾਈਡ ਜਦ ਤੱਕ ਇਹਨਾਂ ਨੇ ਨਹੀਂ ਵਧਾਉਣੀ, ਉਨੀ ਦੇਰ ਐਕਟੀਵਿਟੀ ਇਕਨੋਮਿਕ ਉਨੀ ਤੇਜ਼ ਨਹੀਂ ਹੋਣੀ।
ਪਰ ਇਹ ਜਿਹੜਾ ਹੈ, ਤੇ ਹੁਣ ਮੈਂ ਸਮਝਦਾ ਕਿ ਸਾਰੀਆਂ ਚੀਜ਼ਾਂ ਤੋਂ ਬਾਅਦ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਕਿ ਹੌਲੀ ਹੌਲੀ ਜਿਹੜੀ ਡਿਮਾਂਡ ਸਾਈਡ ਨੂੰ ਵਧਾਉਣ ਲਈ, ਤਾਂ ਕਿ ਲੋਕਾਂ ਦੇ ਹੱਥ ਦੇ ਵਿੱਚ ਵੱਧ ਤੋਂ ਵੱਧ ਪੈਸੇ ਆਉਣ, ਹੋਰ ਜਿਹੜੇ ਵੀ ਮੈਜਰ ਲਏ ਜਾ ਸਕਦੇ ਹਨ ਉਹ ਸਾਰੇ ਲੈਣੇ ਚਾਹੀਦੇ। ਕੁਝ ਹੋ ਸਕਦਾ ਇਨਕਮ ਟੈਕਸ 'ਚ ਹੋਰ ਫਰਦਰ ਛੂਟ ਦੇ ਦੇਣ, ਜਾਂ ਕੋਈ GST ਦਾ ਕੁਝ ਪਰਸੈਂਟੇਜ ਛੱਡ ਦੇਣ, ਤਾਂ ਕਿ ਜਿਹੜੀ ਡਿਮਾਂਡ ਸਾਈਡ ਆ ਉਹਨੂੰ ਵੀ ਆਪਾਂ ਤੇਜ਼ ਕਰੀਏ। ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ 2-3-4 ਮਹੀਨੇ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਵੀ ਜਿਹੜੀਆਂ ਗੌਰਮੈਂਟ ਜ਼ਰੂਰ ਲੈ ਕੇ ਆਊਗੀ ਜਾਂ ਆਉਣੀਆਂ ਚਾਹੀਦੀਆਂ, ਤਾਂ ਕਿ ਸਪਲਾਈ ਸਾਈਡ ਤਾਂ ਠੀਕ ਕਰ ਲਈ, ਹੁਣ ਡਿਮਾਂਡ ਨੂੰ ਵੀ ਕ੍ਰੀਏਟ ਕਰੀਏ। ਤੇ ਜਿੱਦਾਂ ਹੁਣ ਫਸਲਾਂ ਵਿਕੀਆਂ ਹਨ ਜਾਂ ਜਿੱਦਾਂ ਮਨਰੇਗਾ ਦੇ ਪੈਸੇ ਆਣੇ, ਮੈਂ ਲੱਗਦਾ ਕਿ ਇਹਨਾਂ ਹੌਲੀ ਹੌਲੀ ਜਿਹੜੀ ਹੈ ਡਿਮਾਂਡ ਵੀ ਪੁਸ਼ਅਪ ਹੋਊਗੀ। ਪਰ ਇਹ ਬੜਾ ਪੇਨਫੁਲ ਪ੍ਰੋਸੈਸ ਮੇਰੇ ਹਿਸਾਬ ਨਾਲ ਹੋਣ ਵਾਲਾ। ਤੇ ਜਿਹੜੇ ਅਗਲੇ 6-8 ਮਹੀਨੇ ਆ, ਚਾਹੇ ਤਾਂ ਕੋਈ ਵੱਡਾ ਬੰਦਾ, ਛੋਟਾ ਜਾਂ ਵਰਕਰ ਹੈ ਜਾਂ ਮਿਡਲ, ਸਾਰਿਆਂ ਨੂੰ ਇੱਕ ਬੜੇ ਪੇਨਫੁਲ ਪ੍ਰੋਸੈਸ 'ਚੋਂ ਗੁਜ਼ਰਨਾ ਪੈਣਾ। ਪਰ ਗੱਲ ਉਹੀ ਹੈ ਕਿ ਜਦੋਂ ਸੋਨਾ ਜਿਹੜਾ ਹੈਗਾ ਉਹ ਤਪ ਕੇ ਹੀ ਉਹ ਸੋਨਾ ਬਣਦਾ, ਤੇ ਇਹ ਸਾਡੀ ਐਜ਼ ਏ ਕੰਟਰੀ ਮੈਂ ਸਮਝਦਾ ਕਿ ਸਾਰਿਆਂ ਨੂੰ ਸਾਨੂੰ ਇੱਕ ਵਾਰੀ ਲੰਘਣਾ ਪੈਣਾ ਹੈਗਾ ਦੁਖਦਾਈ ਪ੍ਰੋਸੈਸ 'ਚੋਂ, ਤਾਂ ਹੀ ਜਿਹੜਾ ਸਾਡਾ ਇੱਕ ਡਰੀਮ ਹੈਗਾ ਕਿ ਆਪਾਂ 5 ਟ੍ਰਿਲੀਅਨ ਇਕੋਨਮੀ ਕਰਨੀ ਆ ਜਾਂ ਸਾਰੇ ਸੁਖੀ ਹੋਣ, ਇਕਨੋਮਿਕਲੀ ਹੋਣ, ਉਹ ਤਾਂ ਹੀ ਹੋਣਾ। ਤੇ ਜਿਹੜੀਆਂ ਪਾਲਿਸੀ ਮੈਟਰ ਹੈ ਜਿਹੜੇ, ਮੇਰੇ ਹਿਸਾਬ ਨਾਲ ਇਹ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਗੇਮ ਚੇਂਜਰ ਹੈ, ਜਿਹੜਾ ਕਿ ਜਿੱਦਾਂ 91 'ਚ ਜਿੱਦਾਂ ਆਪਣੇ ਮਨਮੋਹਨ ਸਿੰਘ ਜੀ ਨੇ ਲਿਆਂਦੀਆਂ ਸੀ ਪਾਲਿਸੀਆਂ, ਇਹ ਮੈਂ ਸਮਝਦਾ ਇੱਕ ਸੈਕਿੰਡ ਫੇਜ਼ ਹੈਗਾ ਜਿਹਦੇ ਨਾਲ ਇਕੋਨਮੀ ਦੀ ਜਿਹੜੀ ਇੱਕ ਦਿਸ਼ਾ ਤੇ ਦਸ਼ਾ ਸਾਰਾ ਕੁਝ ਚੇਂਜ ਹੋਣ ਵਾਲਾ। ਪਰ ਇਹਨੂੰ 1-2 ਸਾਲ ਲੱਗਣੇ ਆ, ਤੇ ਇਸ ਵੇਲੇ ਬੜਾ ਮਿਹਨਤ ਨਾਲ ਸਾਰਿਆਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਤੇ ਜੇ ਮੈਂ ਇੱਕ ਸੁਝਾਅ ਜਾਂ ਕਹਿ ਲਓ ਜਾਂ ਇੱਕ ਮੇਰੀ ਬੇਨਤੀ ਇਹ ਹੈ ਕਿ ਜੇ ਆਪੋਜੀਸ਼ਨ 'ਚ ਵੀ ਕੋਈ ਹੈ ਤੇ ਕੰਸਟਰਕਟਿਵ ਆਪੋਜੀਸ਼ਨ ਕੀਤੀ ਜਾਵੇ। ਇਹ ਨਹੀਂ ਹੈ ਕਿ ਆਪਾਂ ਜੇ 100 ਚੀਜ਼ਾਂ ਕੀਤੀਆਂ ਤੇ 100 ਹੀ ਗਲਤ ਹੈ। ਜਿਹੜੀ ਠੀਕ ਚੀਜ਼ ਆ ਉਹ ਆਪਾਂ ਠੀਕ ਕਰੀਏ, ਤਾਂ ਕਿ ਇੱਕ ਮਾਹੌਲ ਜਿਹੜਾ ਹੈਗਾ ਉਹ ਪੈਸੀਮਿਸਟਿਕ ਤੋਂ ਆਪਟੀਮਿਸਟਿਕ ਮਾਹੌਲ ਬਣੇ। ਕਿਉਂਕਿ ਜੇ ਆਪਟੀਮਿਸਟਿਕ ਮਾਹੌਲ ਹੋਊਗਾ ਤੇ ਇਕਨੋਮਿਕ ਪ੍ਰੋਗਰੈਸ ਹੋਣੀ ਹੈ, ਅਦਰਵਾਈਜ਼ ਨਹੀਂ ਹੋਣੀ। ਬੜੇ ਵਿਸਥਾਰ ਨਾਲ ਅਸ਼ਵਨੀ ਰਣਦੇਵ ਜੀ ਨੇ ਜਾਣਕਾਰੀ ਦਿੱਤੀ ਆ। ਹੁਣ ਸਾਡੇ ਨਾਲ ਹੈਗੇ ਨੇ ਅਸ਼ਵਨੀ ਰਣਦੇਵ ਜੀ, ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਰ, ਤੁਹਾਡਾ ਕੀ ਕਹਿਣਾ, ਅੱਜ ਪੂਰੇ 5 ਭਾਗ ਜਿਹੜੇ ਹੈ ਕਿ ਮੁਕੰਮਲ ਹੋ ਚੁੱਕੇ ਨੇ, 5 ਭਾਗਾਂ ਦੀ ਜਿਹੜੀ ਹੈ ਜਾਣਕਾਰੀ ਸਾਹਮਣੇ ਆ ਚੁੱਕੀ। ਅੱਜ ਅਖੀਰਲਾ ਜਿਹੜਾ ਭਾਗ ਸੀਗਾ ਉਸ ਦੀ ਵੀ ਜਿਹੜੀ ਹੈ ਕਿ ਜਾਣਕਾਰੀ ਨਿਰਮਲਾ ਸੀਤਾਰਮਨ ਜੀ ਵੱਲੋਂ ਦੇ ਦਿੱਤੀ ਗਈ ਹੈ। ਹੁਣ ਸਰ ਤੁਹਾਡਾ ਕੀ ਕਹਿਣਾ ਹੈ ਕਿ ਓਵਰਆਲ ਇਹ ਪੈਕੇਜ ਕਿਸ ਤਰ੍ਹਾਂ ਦਾ? ਦੇਖੋ, ਇਸ ਤਰ੍ਹਾਂ ਅੱਜ ਅਸੀਂ ਉਮੀਦ ਕਰਦੇ ਪਏ ਹਾਂ ਕਿ ਸਾਡੀ ਜੇਬ 'ਚ ਸ਼ਾਇਦ ਪੈਸਾ ਆਉਣਾ ਸੀ। ਇਹ ਉਮੀਦ ਲੋਕਾਂ ਦੀ ਨਹੀਂ ਸੀਗੀ, 20 ਲੱਖ ਕਰੋੜ ਲੋਕਾਂ ਦੀ ਉਮੀਦ ਨਹੀਂ ਸੀ। ਇਹ ਪ੍ਰਧਾਨ ਮੰਤਰੀ ਜੀ ਨੇ ਆਪ ਹੀ ਉਮੀਦ ਜਗਾਤੀ। ਮੈਂ ਸਮਝਦਾ ਹਾਂ ਵੀ ਜਿਹੜੇ ਰਿਫਾਰਮਸ ਨੇ ਇਹ ਕੰਟੀਨਿਊ ਪ੍ਰੋਸੈਸ ਆ, ਹਰ ਸਾਲ ਬਜਟ 'ਚ ਆਉਂਦੇ ਆ, ਔਰ ਗੌਰਮੈਂਟ ਇਹ ਕਰਨੇ ਚਾਹੀਦੇ ਆ ਤੇ ਕਰਨੇ ਪੈਣੇ ਵੀ ਆ। ਕਿਉਂਕਿ ਅੱਜ ਅਸੀਂ ਕਹਿੰਦੇ ਜੀ ਕੋਲਾ ਇੰਪੋਰਟ ਕਰਦੇ ਪਏ ਆ, ਸਾਡਾ ਬਹੁਤ ਜ਼ਿਆਦਾ ਫੋਰਨ ਕਰੰਸੀ ਖਰਚ ਹੁੰਦੀ ਆ, ਤੇ ਇੰਡੀਆ 'ਚ ਕੋਲਾ ਹੈਗਾ ਤੇ ਵੀ ਪਹਿਲਾਂ ਕਿਉਂ ਨਹੀਂ ਕੱਢਦੇ? 6 ਸਾਲ ਤੋਂ ਹੀ ਗੌਰਮੈਂਟ ਦੇ ਰਿਫਾਰਮ ਚੱਲਣੇ ਚਾਹੀਦੇ ਸੀ, ਤੇ ਕੋਵਿਡ ਵੇਲੇ ਹੀ ਰਿਫਾਰਮ ਸਾਨੂੰ ਕਿਉਂ ਯਾਦ ਆਏ? ਔਰ ਐਸੀ ਕੀ ਐਮਰਜੈਂਸੀ ਆ ਗਈ ਕਿ ਪ੍ਰਧਾਨ ਮੰਤਰੀ ਜੀ ਆ ਕੇ ਕਹਿ ਰਹੇ ਆ ਕਿ ਜੀ ਮੈਂ 20 ਲੱਖ ਕਰੋੜ ਰੁਪਇਆ ਦੇ ਰਿਹਾ ਤੁਹਾਨੂੰ। ਲੋਕਾਂ ਦੀ ਉਮੀਦ ਉਦੋਂ ਵਧੀ, ਉਦੋਂ ਲੋਕਾਂ ਨੇ ਨਹੀਂ ਸੋਚਿਆ ਸੀ ਸਾਨੂੰ 20 ਲੱਖ ਕਰੋੜ ਮਿਲੂਗਾ, ਉਹ ਤਾਂ ਲੋਕਾਂ ਨੇ ਸੋਚਿਆ ਸੀ ਸਾਨੂੰ ਥੋੜ੍ਹਾ ਬਹੁਤ ਮਿਲੂਗਾ। ਉਮੀਦ ਗੌਰਮੈਂਟ ਨੇ ਆਪ ਜਗਾਈ, ਤੇ ਆਫਟਰ ਦੈਟ ਜਿਹੜੀ ਉਹ ਉਮੀਦ ਆ ਉਹਨਾਂ ਨੇ 5 ਭਾਗਾਂ ਦੇ ਵਿੱਚ ਫਾਈਨਾਂਸ ਮਿਨਿਸਟਰ ਸਾਹਿਬ ਨੇ ਜਿਹੜੀ ਵੰਡੀ ਆ ਉਮੀਦ, ਉਹਦੇ ਵਿੱਚ ਕੁਝ ਨਿਕਲਿਆ ਨਹੀਂ। ਉਹਦਾ ਰੀਜ਼ਨ ਕੀ ਆ ਕਿ ਇਹ ਸਾਰੇ ਰਿਫਾਰਮਸ ਨੇ ਜਿਹੜੇ ਕੰਟੀਨਿਊ ਪ੍ਰੋਸੈਸ ਆ। ਅਸੀਂ ਬਜਟ 'ਚ ਦੇਖਦੇ ਹਾਂ, ਅਗਰ ਤੁਸੀਂ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਆ ਤੇ ਇਹ ਰਿਜ਼ਰਵ ਬੈਂਕ ਦਾ ਪਾਰਟ ਆ। ਤੁਸੀਂ ਰਿਜ਼ਰਵ ਬੈਂਕ ਡਾਇਰੈਕਸ਼ਨ ਕੱਢਦਾ ਬੈਂਕਾਂ ਨੂੰ, ਜੀ ਇਹ ਲੋਨ ਈਜ਼ੀ ਕਰ ਦਿਓ, ਇੰਨੇ ਲੋਨ ਗਰੰਟੀ ਫਰੀ ਦੇ ਦਿਓ, ਇੰਨੇ ਲੋਨ ਤੁਸੀਂ ਮਤਲਬ ਗਰੰਟੀ ਨਾਲ ਦੇ ਦਿਓ। ਇਹ ਕੰਟੀਨਿਊ ਪਾਰਟ ਆ, ਉਹਦੇ ਵਿੱਚ ਕੋਈ ਨਵਾਂ ਨਹੀਂ ਕੀਤਾ। ਅਗਰ ਓਪੋਜੀਸ਼ਨ ਇਹਨਾਂ ਨੂੰ ਘੇਰ ਰਹੀ ਹੈ ਤਾਂ ਸਹੀ ਘੇਰ ਰਹੀ ਹੈ, ਕਿਉਂਕਿ ਮੈਂ ਵੀ BJP ਦਾ ਵਰਕਰ ਹਾਂ, ਠੀਕ ਹੈ ਨਾ। ਪਰ ਅੱਜ ਸਾਨੂੰ ਇਹ ਲੱਗਦਾ, ਜਦੋਂ ਸਾਨੂੰ ਵੀ ਲੋਕ ਕੁਐਸਚਨ ਪੁੱਛਦੇ ਆ ਕਿ ਜੀ ਸਾਡੇ ਕੋਲ ਕੀ ਆਇਆ, ਕੈਸ਼ 'ਚ ਕੀ ਆਇਆ, ਕੈਸ਼ 'ਚ ਸਰਕਾਰ ਨਹੀਂ ਦੇ ਸਕਦੀ ਸੀ, ਪਰ ਉਮੀਦ ਵੀ ਜਗਾਉਣ ਦੀ ਮੇਰੇ ਹਿਸਾਬ ਨਾਲ ਲੋੜ ਨਹੀਂ ਸੀਗੀ। ਕਿਉਂਕਿ ਇਹ ਰਿਫਾਰਮਸ ਜਿਹੜੇ ਅੱਜ ਇਹਨਾਂ ਨੇ ਕਿਤੇ ਨਹੀਂ ਗਿਣਾਏ ਆ, ਇਹ ਪਹਿਲਾਂ ਹੀ ਚੱਲ ਰਹੇ ਆ ਸਰਕਾਰ ਵੱਲੋਂ, ਜਾਂ ਉਹਨਾਂ ਨੇ ਕਰਨੇ ਆ, ਬਜਟ ਦੇ ਵਿੱਚ ਆਏ ਵੇ ਆ। ਅੱਜ ਅਸੀਂ TV ਡਿਬੇਟ ਦੇਖਦੇ ਹਾਂ, ਇਹ ਕਹਿੰਦੇ ਜੀ ਅਮਰੀਕਾ ਨੇ ਇੰਨੇ % GDP ਦਾ ਦੇਤਾ, ਜਾਪਾਨ ਨੇ ਇੰਨੇ % ਦੇਤਾ, ਅਸੀਂ ਵੀ ਉਹਨਾਂ ਦੇ ਬਰਾਬਰ ਦੇਤਾ। ਉਹਨਾਂ ਨੇ ਲੋਕਾਂ ਦੀ ਜੇਬ 'ਚ ਦਿੱਤਾ ਗਾ, ਉਹਨਾਂ ਨੇ ਫਾਈਨੈਂਸ਼ੀਅਲ ਪੈਕੇਜ ਨਹੀਂ ਦਿੱਤੇ ਇੰਡਸਟਰੀ ਨੂੰ ਚਲਾਉਣ ਲਈ, ਉਹ ਉਹਨਾਂ ਦੇ ਅਲੱਗ ਨੇ। ਜਾਪਾਨ ਨੇ ਤਾਂ 75 ਲੱਖ ਕਰੋੜ ਰੁਪਈਆ ਉਹਨਾਂ ਕੰਪਨੀਆਂ ਨੂੰ ਕਹਿਤਾ ਵੀ ਦੇ ਦਾਂਗੇ ਤੁਹਾਨੂੰ ਜਿਹੜੇ ਬਾਹਰ ਆਉਣਗੇ ਚਾਈਨਾ ਤੋਂ, ਤੇ ਅਸੀਂ 20 ਲੱਖ ਕਰੋੜ ਰੁਪਏ ਦੀ ਗੱਲ ਕਰਦੇ ਹਾਂ ਕਿ ਜੀ ਫਾਈਨੈਂਸ਼ੀਅਲ ਪੈਕੇਜ ਦਿੱਤਾ ਗਾ। ਅਸੀਂ ਉਹਨਾਂ ਨਾਲ ਨਹੀਂ ਕੰਪੇਅਰ ਕਰ ਸਕਦੇ, ਤੇ ਨਾ ਹੀ ਅਸੀਂ ਕਹਿੰਦੇ ਹਾਂ ਵੀ ਉਹਨਾਂ ਨਾਲ ਕੰਪੇਅਰ ਕਰੋ। ਹੁਣ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ ਕਿ ਜਿਹੜੇ 5 ਪਾਰਟ ਨੇ। ਬਾਕੀ ਇਹ ਜ਼ਰੂਰ ਆ ਕਿ ਸਾਡਾ 5 ਦਿਨ ਦਿਲ ਲੱਗਿਆ ਰਿਹਾ,
ਪਹਿਲਾਂ ਅਸੀਂ ਹਿੰਦੀ 'ਚ ਭਾਸ਼ਣ ਸੁਣਿਆ, ਇੰਗਲਿਸ਼ 'ਚ ਸੁਣਿਆ, ਫਿਰ ਹਿੰਦੀ 'ਚ ਸੁਣਿਆ, ਫਿਰ ਤੁਸੀਂ ਮੇਰੇ ਮਾਧਿਅਮ ਤੋਂ ਪੰਜਾਬੀ 'ਚ ਸੁਣਿਆ। ਮੈਂ ਚਾਹੁੰਦਾ ਇਹਨਾਂ ਨੂੰ 10-20 ਮਿਨਿਸਟਰ ਹੋਰ ਬਿਠਾ ਕੇ ਸਾਰੀਆਂ ਭਾਸ਼ਾ ਦੇ ਵਿੱਚ ਇੱਕ ਵਾਰੀ ਰਿਪੀਟ ਕਰਨਾ ਚਾਹੀਦਾ ਸੀ, ਤਾਂ ਕਿ ਇੱਕ ਦਿਨ ਤਾਂ ਬੰਦੇ ਦਾ ਲੋਕਡਾਊਨ ਦਾ ਪਾਸ ਹੁੰਦਾ ਤੇ ਬੰਦੇ ਦਾ ਮਨ ਲੱਗਦਾ। ਜਿਹੜੇ ਲੋਕਡਾਊਨ 'ਚ ਲੋਕ ਉੱਕੇ ਬੈਠੇ ਨੇ। ਦੇਖੋ ਪਾਰਟ 1 ਦੇ ਵਿੱਚ ਇਹਨਾਂ ਨੇ MSME ਰਿਫਾਰਮ ਕੀਤੇ। MSME ਰਿਫਾਰਮ ਦੇ ਵਿੱਚ ਕੀ ਆ, ਉਹਨਾਂ ਨੂੰ ਸਿਰਫ ਫਾਈਨੈਂਸ਼ੀਅਲ ਸਪੋਰਟ ਦਿੱਤੀ ਆ, ਉਹ ਵੀ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਆਲਰੇਡੀ ਲੋਨ ਲੈ ਰਹੇ ਨੇ। ਹੈਗਾ ਜਿਨ੍ਹਾਂ ਕੋਲੇ ਨਹੀਂ ਹੈਗਾ ਉਹਨਾਂ ਨੂੰ ਕੋਈ ਐਡਰੈਸ ਨਹੀਂ ਕੀਤਾ, ਉਹਦੇ ਵਿੱਚ ਕੋਈ ਐਡਰੈਸ ਨਹੀਂ। ਅੱਜ ਤੁਸੀਂ ਆਪਣੀ ਇੰਡਸਟਰੀ ਆਪਣੇ ਪੈਸੇ ਨਾਲ ਚਲਾ ਰਹੇ ਹੋ, ਤੁਹਾਨੂੰ ਅੱਜ ਫਾਈਨੈਂਸ਼ੀਅਲ ਲਿਕੁਇਡਿਟੀ ਦੀ ਪ੍ਰੋਬਲਮ ਤੁਹਾਨੂੰ ਵੀ ਆਈ ਆ, ਤੁਹਾਡੇ ਲਈ ਕੋਈ ਐਡਰੈਸ ਨਹੀਂ, ਤੁਹਾਨੂੰ ਲੋਨ ਨਹੀਂ ਮਿਲਣਾ ਬੈਂਕ ਤੋਂ, ਉਹਨੂੰ ਮਿਲਣਾ ਜਿਹਨੇ ਪਹਿਲਾਂ ਬੈਂਕ ਤੋਂ ਲਿੱਤਾ ਹੋਇਆ। ਨੰਬਰ 1। ਨੰਬਰ 2 ਤੇ ਇਹਨਾਂ ਨੇ EMPLOYEES ਲਈ ਕਿਹਾ ਜੀ 24% ਤੁਹਾਡਾ ਪ੍ਰੋਵੀਡੈਂਟ ਫੰਡ ਪਾਵਾਂਗੇ। ਉਹ ਤਾਂ ਤੁਹਾਡੇ ਫੇਰ ਅਕਾਊਂਟ 'ਚ ਹੀ ਰਹਿ ਗਿਆ 24%। ਅਸੀਂ ਤੁਹਾਡੇ ਯਾਦ ਹੋਣਾ 1 ਮਹੀਨਾ ਪਹਿਲਾਂ ਮੈਂ ਤੁਹਾਡੇ ਨਾਲ ਚਰਚਾ ਕੀਤੀ ਸੀ ਵੀ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ। ਤੁਸੀਂ ਸਾਡੇ ਤੇ ਥੋਪਿਆ ਕਿ 2-2 ਮਹੀਨੇ ਦੀ ਤਨਖਾਹ ਦਿਓ। ਹਰ ਬੰਦੇ ਨੇ ਨਿਭਾਉਣ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਅਸੀਂ ਗਵਰਨਮੈਂਟ ਦੀ ਗੱਲ ਮੰਨੀਏ ਨਾ ਮੰਨੀਏ, ਆਪਣੇ EMPLOYEES ਨੂੰ ਭੁੱਖਾ ਨਹੀਂ ਮਾਰ ਸਕਦੇ। ਅਸੀਂ ਉਹਨਾਂ ਨੂੰ 2-2 ਮਹੀਨੇ ਦੀ ਤਨਖਾਹ ਦਿੱਤੀ ਆ। ਇੰਡਸਟਰੀ ਨੇ ਕੋਸ਼ਿਸ਼ ਕੀਤੀ ਆ, ਇਹਨਾਂ ਨੂੰ ਚਾਹੀਦਾ ਸੀ ਉਹ ਤਨਖਾਹ ਨੂੰ ਸਬਸਿਡਾਈਜ਼ ਕਰਦੇ। ਮਜ਼ਦੂਰਾਂ ਤੱਕ ਆਪੇ ਪਹੁੰਚਦੀ। ਉਹ ਕਹਿੰਦੇ ਵੀ ਜੀ ਅਸੀਂ 50% ਤਨਖਾਹ ਜੋ ਤੁਹਾਡੇ PF ਹੋਲਡਰ ਨੇ ਉਹਨਾਂ ਕੋਲ ਲਿਸਟ ਹੈਗੀ ਆ, ਉਹ ਤੁਹਾਡੇ ਇੰਡਸਟਰੀ ਦੇ ਅਕਾਊਂਟ 'ਚ ਪਾ ਦਾਂਗੇ ਤੇ ਤੁਸੀਂ ਅੱਗੇ ਮੰਨ ਲਓ 2000 ਗਵਰਨਮੈਂਟ ਪਾਉਂਦੀ, 2000 ਅਸੀਂ ਪਾਉਂਦੇ, 4000 ਰੁਪਏ EMPLOYEE ਨੂੰ ਦਿੰਦੇ ਤਾਂ ਇਹ ਪਲਾਇਨ ਵੀ ਨਾ ਹੁੰਦਾ। ਉਹਨਾਂ ਨੂੰ ਪਤਾ ਲੱਗਦਾ ਕਿ ਗਵਰਨਮੈਂਟ ਦੀ ਸਪੋਰਟ ਪਿੱਛੋਂ ਆ ਗਈ ਤੇ 4-4000 ਰੁਪਏ ਸਾਨੂੰ ਮਿਲਣਾ ਸ਼ੁਰੂ ਹੋ ਗਿਆ, ਜਿਹੜਾ ਸਾਡੇ ਖਾਣ ਲਈ ਬਹੁਤ ਆ। ਉਹ ਇਹਨਾਂ ਕੋਲ ਆਧਾਰ ਕਾਰਡ ਬੇਸ ਸਿਸਟਮ ਹੈਗਾ, ਉਹ ਇੰਡਸਟਰੀ ਨੂੰ ਦਿੰਦੇ, ਇੰਡਸਟਰੀ ਤੇ ਯਕੀਨ ਕਰਦੇ, EMPLOYEES ਨੂੰ ਦਿੰਦੇ, ਉਹ ਅੱਗੇ ਉਹਨਾਂ ਨੂੰ ਸਬਸਿਡਾਈਜ਼ ਕਰਕੇ 50% ਆਪਣੇ ਕੋਲੋਂ ਪਾ ਕੇ ਉਹਨਾਂ ਨੂੰ ਦਿੰਦੇ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ NBFCs ਲਈ, ਨੋਨ ਬੈਂਕਿੰਗ ਫਾਈਨਾਂਸ ਕੰਪਨੀਆਂ ਲਈ ਉਹ ਰੂਟੀਨ ਪ੍ਰੋਸੈਸ ਆ। ਦੇਖੋ ਬੈਂਕ ਅੱਜ ਵੀ ਦਿੰਦੇ ਨੇ ਮਿਊਚੁਅਲ ਫੰਡ ਕੰਪਨੀਆਂ ਨੂੰ, ਹੋਰ ਨੂੰ। ਬੈਂਕ ਤੋਂ ਤਾਂ ਲੋਨ ਲੈਂਦਾ ਕੋਈ ਨਹੀਂ ਪਿਆ। 7 ਲੱਖ ਕਰੋੜ ਰੁਪਏ ਬੈਂਕ ਨੇ ਵਾਪਸ ਰਿਜ਼ਰਵ ਬੈਂਕ ਨੂੰ ਦੇਤਾ 3% ਤੇ। ਬੈਂਕ ਵੰਡਣਾ ਹੀ ਨਹੀਂ ਚਾਹੁੰਦੇ ਪੈਸੇ। ਤੁਸੀਂ ਕਹਿੰਦੇ ਹੋ ਜੀ ਹੋਰ ਵੰਡਾਂਗੇ ਅਸੀਂ 20 ਲੱਖ ਕਰੋੜ। ਉਹ ਬੈਂਕ ਦਾ ਪਹਿਲਾਂ 7 ਲੱਖ ਕਰੋੜ ਵਾਪਸ ਦੇਤਾ ਉਹਨਾਂ ਨੇ। ਕਹਿੰਦੇ ਅਸੀਂ ਨਹੀਂ ਵੰਡਣਾ, ਕੱਲ੍ਹ ਨੂੰ ਅਸੀਂ ਵੰਡਾਂਗੇ ਤੁਹਾਡੀ EDI ਚੱਕ ਕੇ ਲੱਗ ਜੂਗੀ ਤੁਹਾਨੂੰ ਵੀ ਜੀ ਆ ਤੁਸੀਂ ਕਿੱਥੋਂ ਵੰਡਤਾ। ਉਸ ਤੋਂ ਬਾਅਦ ਇਹਨਾਂ ਨੇ ਇਨਕਮ ਟੈਕਸ ਦੇ ਵਿੱਚ 75% TDS ਕਰਤਾ। ਉਹ ਵੀ ਜੇ ਤੁਹਾਡੀ ਲਾਇਬਿਲਿਟੀ ਬਣੂਗੀ ਤੁਹਾਨੂੰ ਤਾਂ ਜਮ੍ਹਾਂ ਕਰਾਉਣੀ ਪਊਗੀ ਨਾ ਲਾਸਟ ਤੇ। ਕੀ ਰਿਫਾਰਮ ਆ ਉਹਦੇ ਵਿੱਚ? ਕੋਈ ਰਿਫਾਰਮ ਨਹੀਂ ਉਹਦੇ ਵਿੱਚ। ਇਨਕਮ ਟੈਕਸ ਦੀ ਡੇਟ ਵਧਾਤੀ, ਇਹ ਕੋਈ ਵੱਡਾ ਕੋਈ ਆਸਾਨ ਨਹੀਂ ਕੀਤਾ। ਡੇਟਾਂ ਤਾਂ ਇਹਨਾਂ ਨੂੰ ਵੈਸੇ ਵਧਾਉਣੀਆਂ ਪੈਣੀਆਂ ਸੀ। ਲੋਕਾਂ ਨੇ 2 ਮਹੀਨੇ ਦਾ ਕੰਮ ਨਹੀਂ ਕੀਤਾ, ਨਾ ਬਣਾਉਂਦੇ ਤਾਂ ਅਸੀਂ ਚਿੱਠੀ ਲਿਖ ਕੇ ਵਧਵਾਉਂਦੇ। ਵਧਾਉਣੀ ਹੀ ਪੈਣੀ ਸੀ ਡੇਟ, ਉਹ 1 ਮਹੀਨਾ ਡੇਟ। ਇਹ ਕੋਈ ਰਿਫਾਰਮਸ ਦਾ ਪਾਰਟ ਥੋੜ੍ਹੀ ਆ ਵੀ ਜਿਹਦੇ ਵਾਸਤੇ ਸਾਨੂੰ TV ਦੇ ਉੱਤੇ ਆ ਕੇ ਲੋਕਾਂ ਨੂੰ ਸਪੈਸ਼ਲ ਅਟੈਂਟਿਵ ਕਰਨਾ ਪਵੇ ਜੀ ਸੁਣੋ ਅਸੀਂ ਰਿਫਾਰਮਸ ਲੈ ਕੇ ਆਏ ਹਾਂ। ਪਾਰਟ 2 ਦੇ ਵਿੱਚ ਇਹਨਾਂ ਨੇ ਮਾਈਗ੍ਰੇਸ਼ਨ ਲੇਬਰ ਨੂੰ ਐਡਰੈਸ ਕੀਤਾ। ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਜੀ 11000 ਕਰੋੜ ਰੁਪਏ ਅਸੀਂ ਸਟੇਟਾਂ ਨੂੰ ਦਿੱਤਾ। ਚਲੋ ਵੈਲਕਮ ਸਟੈਪ ਆ। ਮਾਈਗ੍ਰੇਸ਼ਨ ਲੇਬਰ ਅਗਰ ਇੰਨਾ ਕੁਛ ਸਟੇਟਾਂ ਨੇ, ਸੈਂਟਰ ਨੇ SDRF ਫੰਡ ਯੂਜ਼ ਕੀਤਾ, ਇਹਨਾਂ ਨੂੰ ਕਣਕ ਵੀ ਦਿੱਤੀ, ਦਾਲ ਵੀ ਦਿੱਤੀ, ਫਿਰ ਕਿਉਂ ਭੱਜੇ ਫਿਰਦੇ ਆ? ਇਹਨਾਂ ਨੂੰ ਗਵਰਨਮੈਂਟ ਨੂੰ ਐਡਰੈਸ ਕਰਨਾ ਚਾਹੀਦਾ। ਮੈਂ ਸਮਝਦਾ ਕਿਉਂਕਿ ਇਹ ਇੱਕ ਅਦਰਵਾਈਜ਼ ਨਾ ਨਈ ਮੂਵਮੈਂਟ ਬਣ ਜੂਗੀ ਕਿ ਜੀ ਲੋਕ ਇਸ ਤਰ੍ਹਾਂ ਰੋਡ ਉੱਤੇ ਤੁਰੇ ਫਿਰਦੇ ਆ ਤੇ ਅਸੀਂ ਸੰਕਰਮਣ ਰੋਕਣ ਲਈ ਇਹਨਾਂ ਨੂੰ ਰੋਕਿਆ ਸੀ। ਤੇ ਜੇ ਇਸ ਤਰ੍ਹਾਂ ਹੀ ਸੰਕਰਮਣ ਤੁਰਿਆ ਫਿਰਦਾ ਤੇ ਫਿਰ ਸਾਨੂੰ ਤਾਂ ਲੋਕਾਂ ਨੂੰ ਰੋਕ ਲਿਆ ਜਿਹੜੇ ਕਮਾਊ ਪੁੱਤ ਨੇ, ਇਕਨੋਮੀ ਨੂੰ ਚਲਾ ਰਹੇ ਨੇ, ਤੇ ਇਹਨਾਂ ਨੂੰ ਤੁਸੀਂ ਕਹਿੰਦੇ ਰੋਡ ਤੇ ਤੁਰੇ ਫਿਰਦੇ ਆ। ਇਹਨਾਂ ਨੂੰ ਤਾਂ ਸੰਭਾਲਣਾ ਚਾਹੀਦਾ ਸੀ ਗਵਰਨਮੈਂਟ ਨੂੰ, ਤਾਂ ਅਦਰਵਾਈਜ਼ ਸੰਕਰਮਣ ਕਿੱਥੇ ਰੁਕਿਆ? ਉਸ ਤੋਂ ਬਾਅਦ ਅਸੀਂ ਦੇਖੀਏ ESI ਦੇ ਵਿੱਚ, ਅਫੋਰਡੇਬਲ ਹਾਊਸਿੰਗ ਦੇ ਵਿੱਚ ਇਹ ਸਾਰੇ ਮੇਜਰ ਕਹੇ ਨੇ ਵੀ ਇੰਡਸਟਰੀ ਲਊਗੀ, ਲੇਕਿਨ ਉਹ ਆਉਣ ਵਾਲੇ ਟਾਈਮ 'ਚ ਲਊਗੀ, ਹੁਣੇ ਨਹੀਂ ਉਹ ਕੁਝ ਵੀ ਹੋਣਾ। ਪਾਰਟ 3 ਦੇ ਵਿੱਚ ਇਹਨਾਂ ਨੇ ਐਗਰੀਕਲਚਰ ਲਈ ਬੜੇ ਅੱਛੇ ਰਿਫਾਰਮਸ ਕੀਤੇ। ਉਹਦੇ ਵਿੱਚ ਵੀ ਪੈਸਾ ਜਿਹੜਾ ਫਾਈਨੈਂਸ਼ੀਅਲ ਪੈਕੇਜ ਹੀ ਦਿੱਤੇ ਨੇ, ਜਾਂ ਉਹਨਾਂ ਨੇ ਗਿਣਾਇਆ ਗਿਆ ਜੀ ਅਸੀਂ ਸਬਸਿਡੀ ਦਿੰਦੇ ਸੀਗੇ, ਸਬਵੈਂਸ਼ਨ ਦਿੰਦੇ ਸੀ, ਉਹ ਅੱਗੇ ਐਕਸਟੈਂਡ ਹੋ ਗਈ। ਲੇਕਿਨ ਜਿਹੜੇ ਰੈਗੂਲੇਟਰੀ ਰਿਫਾਰਮਸ ਨੇ ਉਹ ਲੱਗਦਾ ਵੀ ਉਹ ਨਵੇਂ ਨੇ। ਗਵਰਨਮੈਂਟ ਦੀ ਸੋਚ ਸੀਗੀ, ਕੋਵਿਡ ਕਰਕੇ ਉਹਨਾਂ ਨੇ ਲਿਆਂਦੇ ਆ। ਅਗਰ ਉਹ ਇੰਪਲੀਮੈਂਟ ਹੋ ਜਾਂਦੇ ਆ ਤਾਂ ਐਗਰੀਕਲਚਰ ਦੇ ਰਿਫਾਰਮਸ ਅੱਛੇ ਰਿਫਾਰਮਸ ਨੇ। ਫਿਰ ਇਹਨਾਂ ਨੇ ਕੋਲ, ਮਾਈਨਿੰਗ, ਪਾਵਰ, ਇਹ ਸਾਰੀਆਂ ਚੀਜ਼ਾਂ ਬਜਟ ਵਾਲੀਆਂ ਹੀ ਦੁਬਾਰਾ ਰਿਪੀਟ ਕੀਤੀਆਂ ਨੇ। ਫਿਰ ਅਸੀਂ ਆਈਏ ਅੱਜ ਦੇ ਰਿਫਾਰਮਸ ਤੇ। ਅਗਰ ਅਸੀਂ ਅੱਜ ਦੇ ਰਿਫਾਰਮਸ ਦੇਖੀਏ ਤਾਂ ਪ੍ਰਧਾਨ ਮੰਤਰੀ ਜੀ ਨੇ ਪਹਿਲਾਂ ਤਾਂ ਸਾਡੇ FM ਸਾਹਿਬ ਨੇ ਅੱਜ ਸਾਰਾ ਕੁਝ ਗਿਣਾਇਆ ਜੋ ਅੱਜ ਤੱਕ ਲੋਕਡਾਊਨ ਦੇ ਵਿੱਚ ਕੀਤਾ। ਉਹਨੂੰ ਅਸੀਂ ਛੱਡ ਦਈਏ ਕਿਉਂਕਿ ਉਹ ਅਸੀਂ FM ਸਾਹਿਬ ਦੇ ਮੂੰਹ 'ਚੋਂ ਸੁਣ ਲਿਆ ਵੀ ਕੀ ਕੁਛ ਸਾਨੂੰ ਮਿਲਿਆ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਹੈਲਥ ਰਿਲੇਟਡ ਅਸੀਂ ਜੀ ਪਹਿਲਾਂ ਇੱਕ ਵੀ ਕਿੱਟ ਨਹੀਂ ਬਣਾਉਂਦੇ ਸੀ, ਇੱਕ ਵੀ PPE ਨਹੀਂ ਬਣਾਉਂਦੇ ਸੀ, ਤੇ ਅੱਜ ਅਸੀਂ ਬਣਾਉਣ ਲੱਗ ਗਏ। ਕੱਲ੍ਹ ਮੈਂ ਕਿਸੇ ਬੜੇ ਸੂਝਵਾਨ ਬੰਦੇ ਨਾਲ ਗੱਲ ਕਰ ਰਿਹਾ ਸੀ, ਸੂਝਵਾਨ ਨਾਲ। ਉਹ ਕਹਿੰਦਾ ਜੀ ਕੱਪੜਾ ਤਾਂ ਇੰਡੀਆ 'ਚ ਪਹਿਲਾਂ ਹੀ ਹੈਗਾ, ਅਸੀਂ ਸਟਿਚ ਹੀ ਕਰ ਰਹੇ ਹਾਂ PPE ਕਿੱਟਾਂ ਨੂੰ। ਉਹਦੇ ਵਿੱਚ ਕੀ ਅਸੀਂ ਇਨਵੈਂਸ਼ਨ ਦਾ ਕੰਮ ਕਰ ਰਹੇ ਹਾਂ? ਉਹੀ ਕੱਪੜੇ ਨੂੰ ਸਟਿਚ ਕਰਕੇ ਬਣਾ ਰਹੇ ਹਾਂ ਨਾ, ਪਹਿਲਾਂ ਵੀ ਤਾਂ ਕੱਪੜੇ ਬਣਾਉਂਦੇ ਸੀ ਨਾ। ਮਤਲਬ ਇਹ ਕੋਈ ਸਾਨੂੰ ਜ਼ਰੂਰਤ ਸੀ, ਇਸ ਕਰਕੇ ਅਸੀਂ ਸੈਲਫ ਡਿਪੈਂਡੈਂਟ ਹੋਏ। ਇਹਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਕਹਿੰਦੇ ਜੀ CSR ਐਕਟੀਵਿਟੀ ਨਾਲ ਜੋੜਤਾ, ਜੋ ਅਸੀਂ ਕੋਵਿਡ ਦੀ ਸਿਚੁਏਸ਼ਨ ਆਈ ਹੈ। ਉਹ ਵੀ ਵੈਸੇ ਹੀ ਉਹ CSR ਐਕਟੀਵਿਟੀ ਹੈ।
ਜਿਹੜਾ ਇੰਡਸਟਰੀ ਕੱਢਦੀ ਆ ਉਹ 'ਚ ਤੁਸੀਂ ਕੀ ਰਿਫਾਰਮ ਕੀਤਾ? CSR ਜਿਹੜੀ ਕਰਦੇ ਆ ਉਹ ਲੋਕਾਂ ਦੇ ਫਾਇਦੇ ਲਈ ਹੋਈ ਆ, ਇੰਡਸਟਰੀ ਕਰਦੀ ਆ, ਤੇ ਉਹ ਵੀ ਨਹੀਂ ਜੋੜੋਗੇ ਤਾਂ ਫਿਰ ਫਾਇਦਾ ਕੀ ਆ? ਕਿਉਂ ਬੰਦਾ ਪੈਸੇ ਦੇਊਗਾ ਤੁਹਾਨੂੰ ਉਹਦੇ ਵਿੱਚ ਜੀ, CSR ਵਾਲਾ ਆਪਣੀ ਕੰਪਨੀ ਦੇ ਵਿੱਚੋਂ? ਉਸ ਤੋਂ ਬਾਅਦ ਐਜੂਕੇਸ਼ਨ ਦੇ ਰਿਲੇਟਡ ਜੀ ਚੈਨਲ ਲੈ ਆਏ 12 ਵੀ ਇੱਕ ਕਲਾਸ ਲਈ ਇੱਕ ਚੈਨਲ, ਅਗਰ ਉਹ ਗਰੀਬਾਂ ਤੱਕ ਪਹੁੰਚ ਜਾਣ ਤੇ ਸਾਡੀ ਪਾਪੂਲੇਸ਼ਨ ਪੜ੍ਹੀ ਲਿਖੀ ਹੋ ਜਾਵੇ ਤਾਂ ਬੜੀ ਵਧੀਆ ਗੱਲ ਆ। ਅਦਰਵਾਈਜ਼ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਇਸ ਚੀਜ਼ ਦਾ ਕੋਈ ਬੈਨੀਫਿਟ ਹੈਗਾ ਗਾ। ਸਰਕਾਰੀ ਸਕੂਲਾਂ 'ਚ ਜ਼ਰੂਰ ਹੈਗਾ ਅਗਰ ਉਹਦੇ ਵਿੱਚ ਇਹ ਰਿਫਾਰਮ ਆ ਜੇ। ਮਨਰੇਗਾ ਦੇ ਵਿੱਚ ਆਲਰੇਡੀ 40,000 ਕਰੋੜ ਦੇ ਹਿਸਾਬ ਨੇ ਦੱਸਿਆ ਹੀ ਆ ਕਿ ਵਧਾਤਾ ਉਹਨਾਂ ਨੇ ਹੋਰ, ਇਹ ਇੱਕ ਵੈਲਕਮ ਸਟੈਪ ਆ। ਇਹਦੇ ਨਾਲ ਦੇਖੋ ਫਾਇਦੇ ਵੀ ਆ, ਮੈਂ ਸਮਝਦਾ ਨੁਕਸਾਨ ਵੀ ਆ। ਫਾਇਦੇ ਇਹ ਆ ਕਿ ਜਿਹੜੀ ਲੇਬਰ ਆਪਣੇ ਆਪਣੇ ਘਰਾਂ 'ਚ ਗਈ ਆ ਉਹਨਾਂ ਨੂੰ ਉੱਥੇ ਰੋਜ਼ਗਾਰ ਮਿਲ ਜੂ, ਗੌਰਮੈਂਟ ਜ਼ਰੂਰ ਉਹਨਾਂ ਨੂੰ ਸਪੋਰਟ ਕਰੂ, ਲੇਕਿਨ ਜਿਹੜੀ ਇੱਥੇ ਇੰਡਸਟਰੀ ਬੰਦ ਹੋ ਜੂਗੀ ਲੇਬਰ ਨਾ ਹੋਣ ਕਰਕੇ ਉਹਦਾ ਇਹ ਸਾਈਡ ਇਫੈਕਟ ਵੀ ਆਣਾ। ਇਹ ਚੀਜ਼ ਵੀ ਨੂੰ ਸਾਨੂੰ ਦੇਖਣਾ ਪਊਗਾ। ਉਸ ਤੋਂ ਬਾਅਦ ਹੈਲਥ ਦੇ ਵਿੱਚ ਰਣਦੇਵ ਸਾਹਿਬ ਨੇ ਆਲਰੇਡੀ ਦੱਸਤਾ ਕਿ ਇਹਨਾਂ ਨੇ ਕਿਹਾ ਵੀ ਜੀ ਲੈਬ ਆਪਣੀ ਹਰ ਡਿਸਟ੍ਰਿਕਟ ਲੈਵਲ ਤੇ ਅਸੀਂ ਬਣਾਵਾਂਗੇ। ਉਸ ਤੋਂ ਬਾਅਦ ਐਜੂਕੇਸ਼ਨ ਬਾਰੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਟੌਪ 100 ਯੂਨੀਵਰਸਿਟੀਜ਼ ਕੋਰਸ ਦੇ ਲੈ ਕੇ ਆਉਣਗੀਆਂ। ਇੱਕ ਟੈਕਨੀਕਲ ਪਾਰਟ ਨੇ ਕਿ ਇਨਸੋਲਵੈਂਸੀ ਐਕਟ ਇਹ ਲੈ ਕੇ ਆਏ ਸੀਗੇ, ਅੱਛਾ ਮੇਜਰ ਸੀਗਾ ਕਿ ਜਿਹੜੇ ਬੰਦੇ ਪੈਸੇ ਨਹੀਂ ਮੋੜਦੇ, ਵੱਡੀਆਂ ਵੱਡੀਆਂ ਕੰਪਨੀਆਂ ਬੈਂਕਾਂ ਦੇ ਨਹੀਂ ਮੋੜਦੇ, ਲੋਕਾਂ ਦੇ ਨਹੀਂ ਮੋੜਦੇ, ਉਹਨਾਂ ਨੂੰ ਇਨਸੋਲਵੈਂਸੀ 'ਚ ਘੇਰਿਆ ਜਾਵੇ। ਲੇਕਿਨ ਉਹ ਹੁਣ ਦਿੱਕਤ ਬਣ ਜਾਣੀ ਸੀ, ਕਿਉਂਕਿ MSME ਇਸ ਟਾਈਮ ਤੇ ਪੈਸੇ ਨਹੀਂ ਮੋੜ ਪਾਣੇ ਸੀ। ਉਹ 'ਚ 1 ਲੱਖ ਰੁਪਏ ਤੋਂ ਉੱਪਰ ਦਾ ਅਗਰ ਤੁਸੀਂ ਲੋਨ ਲੈਣਾ ਤਾਂ ਕੰਪਨੀ ਤੇ ਕੇਸ ਕਰ ਸਕਦੇ ਹੋ। ਉਹਨੂੰ ਵਧਾ ਕੇ ਇਹਨਾਂ ਨੇ 1 ਕਰੋੜ ਕਰਤਾ ਤਾਂ ਕਿ MSME ਤੇ ਅਨਨੈਸੈਸਰੀ ਕੇਸ ਨਾ ਆਉਣ ਕੋਵਿਡ ਕਰਕੇ, ਤੇ ਉਹਨੂੰ ਸਸਪੈਂਡ ਵੀ ਕਰਤਾ 1 ਸਾਲ ਲਈ ਵੀ ਹਜੇ 1 ਸਾਲ ਸ਼ਾਂਤ ਰਹੋ, ਉਸ ਤੋਂ ਬਾਅਦ ਜੇ ਨਹੀਂ ਦੇਣਗੇ ਤਾਂ ਫਿਰ ਸੋਚਾਂਗੇ। ਇਸ ਤਰ੍ਹਾਂ ਹੀ ਕੰਪਨੀਜ਼ ਐਕਟ ਦੇ ਵਿੱਚ ਇਹ ਕਹਿੰਦੇ ਜੀ ਅਸੀਂ ਕ੍ਰਿਮੀਨਲਾਈਜੇਸ਼ਨ ਕਰਤੀ ਵੀ ਕ੍ਰਿਮੀਨਲ ਐਕਟ ਨਹੀਂ ਮੰਨਾਂਗੇ ਹੁਣ, ਵੀ ਪਹਿਲਾਂ ਲਿਆਉਣ ਦੀ ਲੋੜ ਕੀ ਸੀ? ਪਹਿਲਾਂ ਤੁਸੀਂ ਛੋਟੀ ਛੋਟੀ ਗੱਲ ਵਾਸਤੇ ਬੰਦੇ ਨੂੰ ਕ੍ਰਿਮੀਨਲ ਬਣਾਤਾ ਤੇ ਹੁਣ ਕਹਿੰਦੇ ਹੋ ਜੀ ਡੀਕ੍ਰਿਮੀਨਲਾਈਜ਼ ਕਰਤਾ। ਵੀ ਹੁਣ ਉਹਦੇ ਕੋਵਿਡ ਨਾਲ ਕੀ ਹੋਇਆ? ਉਹ ਬੰਦਾ ਤਾਂ ਪਹਿਲਾਂ ਹੀ ਦੁਖੀ ਆ। ਇਹ ਚੀਜ਼ਾਂ ਤਾਂ ਪਹਿਲਾਂ ਹੀ ਹੋਣੀਆਂ ਚਾਹੀਦੀਆਂ ਸੀ ਵੀ ਕੰਪਨੀ ਐਕਟ ਦੇ ਵਿੱਚ ਤੁਸੀਂ ਛੋਟੀ ਛੋਟੀ ਗੱਲ ਲਈ ਬੰਦੇ ਨੂੰ ਕ੍ਰਿਮੀਨਲ ਬਣਾਉਂਦੇ ਹੋ, ਪੈਨਲਟੀਆਂ ਲਾਉਂਦੇ ਹੋ, ਪ੍ਰੋਸੀਕਿਊਸ਼ਨ ਕਰਾਉਂਦੇ ਹੋ। ਉਹਦੇ ਨਾਲ ਮੈਂ ਸਮਝਦਾ ਕਿ ਬਿਜ਼ਨਸ ਦਾ ਮਾਹੌਲ ਖਰਾਬ ਹੁੰਦਾ। ਇਹਨਾਂ ਨੂੰ ਸਾਰੇ ਐਕਟਾਂ ਦੇ ਵਿੱਚੋਂ ਅਸੀਂ ਤੁਹਾਡੇ ਮਾਧਿਅਮ ਤੇ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਹੈ ਵੀ ਸਭ ਚੋਂ ਹਟਾਉਣਾ ਚਾਹੀਦਾ। ਕ੍ਰਿਮੀਨਲ ਐਕਟ ਖਤਮ ਹੋਣਾ ਚਾਹੀਦਾ, ਪ੍ਰੋਸੀਕਿਊਸ਼ਨ ਬਿਲਕੁਲ ਖਤਮ ਹੋਣੀ ਚਾਹੀਦੀ ਹੈ, ਪੈਨਲਟੀ ਰੇਅਰੈਸਟ ਹੋਣੀ ਚਾਹੀਦੀ ਹੈ, ਲੱਗਣੀਆਂ ਨਹੀਂ ਚਾਹੀਦੀਆਂ। ਵਿਆਜ ਲਓ, ਬੰਦੇ ਦੀ ਖਹਿੜਾ ਛੱਡੋ। ਤੁਸੀਂ ਤੁਹਾਨੂੰ ਤਾਂ ਪੈਸੇ ਆ ਗਏ ਨਾ, ਤੇ ਜਦੋਂ ਨਹੀਂ ਕੰਪਲਾਈ ਹੁੰਦਾ ਆਫਟਰ ਸਾਰੇ ਐਗਜ਼ੌਸਟ ਕਰਕੇ ਸਾਰੀਆਂ ਥੋਟੀਆਂ ਦਾ, ਫਿਰ ਉਸ ਤੋਂ ਬਾਅਦ ਤੁਸੀਂ ਕਹਿੰਦੇ ਬੰਦੇ ਨੂੰ ਪਕੜੋ ਜੇ ਪਕੜਨਾ ਤਾਂ। ਅਦਰਵਾਈਜ਼ ਇਹਨਾਂ ਚੀਜ਼ਾਂ ਦੀ ਜ਼ਰੂਰਤ ਕੀ ਹੈ? ਇਹ ਮਾਹੌਲ ਖਰਾਬ ਕਰਦੀਆਂ ਨੇ ਬਿਜ਼ਨਸ ਦੀਆਂ। ਤੇ ਮੈਂ ਸਮਝਦਾ ਮੇਜਰ ਗੌਰਮੈਂਟ ਦੇ ਕੰਟੀਨਿਊ ਮੇਜਰ ਨੇ ਸਾਨੂੰ ਆਸ ਜਗਾਉਣ ਦੀ ਲੋੜ ਨਹੀਂ ਸੀਗੀ 20 ਲੱਖ ਕਰੋੜ ਦੀ। ਅਗਰ ਮੋਦੀ ਜੀ ਕਹਿ ਦਿੰਦੇ ਨਾ ਮੈਂ 2 ਲੱਖ ਕਰੋੜ ਵੀ ਦੇ ਰਿਹਾ ਤਾਂ ਲੋਕਾਂ ਨੇ 2 ਲੱਖ ਕਰੋੜ ਦੇ ਹਿਸਾਬ ਨਾਲ ਸੋਚਣਾ ਸੀ ਵੀ 2 ਵਾਰੀ ਆਉਣਾ ਜਾਂ ਨਹੀਂ ਆਉਣਾ। ਉਦੋਂ ਪਹਿਲਾਂ ਉਹਨਾਂ ਨੇ ਕਿਹਾ ਨਹੀਂ ਸੀ। ਉਦੋਂ ਪਹਿਲਾਂ ਲੋਕ ਕੀ ਮੰਗਦੇ ਪਏ ਸੀ? ਲੋਕ ਇਹੀ ਕਹਿੰਦੇ ਪਏ ਸੀ ਜੀ ਗਰੀਬਾਂ ਨੂੰ ਰੋਟੀ ਮਿਲ ਜਾਵੇ, ਇੰਡਸਟਰੀ ਦਾ ਜਿਹੜਾ ਵਿਆਜ ਆ ਉਹ ਬਰਡਨ ਆ ਉਹ ਮਾਫ ਹੋ ਜੇ। ਜਿਹੜੇ ਕੰਮ ਕਰਨ ਵਾਲੇ ਆ ਨਾ ਇਹਨਾਂ ਨੂੰ ਉਹ ਕਰਨੇ ਚਾਹੀਦੇ ਸੀ ਜਿਹਦੇ ਵਿੱਚ ਲੋਕਾਂ ਨੂੰ ਕੈਸ਼ ਵੀ ਦੇਣ ਦੀ ਲੋੜ ਨਹੀਂ ਸੀ। ਮੰਨ ਲਓ ਸਟੇਟਾਂ ਦੇ ਬਿਜਲੀ ਦੇ ਬਿੱਲ ਘਰੇ ਬੈਠੇ ਬੈਠੇ ਤੁਹਾਡੇ ਆ ਗਏ, ਉਹ ਮਾਫ ਕਰ ਦਿੰਦੇ ਅੱਧੇ ਅੱਧੇ। ਤੁਹਾਡੇ ਤੇ ਵਿਆਜ ਲੱਗਿਆ 3 ਮਹੀਨਿਆਂ ਦਾ, ਉਹਨੂੰ ਰੋਕ ਦਿੰਦੇ 3 ਮਹੀਨੇ ਦਾ ਚੱਕਾ ਹੀ ਰੋਕ ਦਿੰਦੇ। ਵਿਆਜ ਦਾ ਕੀ ਫਰਕ ਪੈਂਦਾ? ਬੈਂਕਾਂ ਦਾ, ਬੈਂਕ ਗੌਰਮੈਂਟ ਦੇ ਨਾ, ਬੈਂਕ ਦਾ ਕਹਿੰਦੇ ਥੋੜਾ ਲੋਸ ਹੀ ਵੱਧ ਜਾਂਦਾ ਨਾ, ਲੇਕਿਨ ਲੋਕ ਕਿਉਂ ਦੇਣ ਘਰੇ ਬੈਠੇ ਇਹਨਾਂ ਨੂੰ 3 ਮਹੀਨੇ ਦਾ ਵਿਆਜ? ਉਹ ਕਰਨ ਵਾਲੇ ਜਿਹੜੇ ਮੇਜਰ ਸੀ ਲੋਕਾਂ ਦੀ ਇਦੋਂ ਜ਼ਿਆਦਾ ਐਕਸਪੈਕਟੇਸ਼ਨ ਨਹੀਂ ਸੀਗੀ। ਕਿਉਂਕਿ ਜੇ ਅਸੀਂ ਇਸ ਦੇਸ਼ 'ਚ ਹਜੇ ਗਰੀਬਾਂ ਨੂੰ 500 ਰੁਪਏ ਮਹੀਨੇ ਨਾਲ 1000-1500 ਰੁਪਏ ਦਿੱਤਾ ਤੇ ਮੈਂ ਕਿਉਂ ਐਕਸਪੈਕਟ ਕਰਾਂਗੀ ਜੀ ਮੈਨੂੰ ਗੌਰਮੈਂਟ 5000 ਦੇਊਗੀ? ਜੇ ਉਹ ਗਰੀਬ ਨੂੰ 1500 ਰੁਪਏ ਮਿਲਿਆ ਹਜੇ 3 ਮਹੀਨਿਆਂ 'ਚ 2 ਮਹੀਨਿਆਂ 'ਚ ਤੇ ਮੈਨੂੰ ਕਿੱਥੋਂ ਮਿਲੂਗਾ? ਤੇ ਮੈਨੂੰ ਆਸ ਕਰਨੀ ਵੀ ਗਲਤ ਆ ਕੈਸ਼ ਦੀ। ਇਹ ਮੇਜਰ ਸਾਨੂੰ ਚਾਹੀਦੇ ਸੀ ਤੇ ਇਹ ਇਹਨਾਂ ਨੂੰ ਕਰਨੇ ਚਾਹੀਦੇ ਸੀ। ਯਾਨੀ ਕਿ ਜਿਹੜਾ ਹੈ ਕਿ ਮੋਦੀ ਜੀ ਵੱਲੋਂ ਆਸ ਜਗਾ ਕੇ ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਤੁਹਾਡਾ ਇੱਕ ਮੈਂ ਇਹ ਨਹੀਂ ਕਹਿੰਦਾ ਵੀ ਆਸ ਜਗਾ ਕੇ ਪੂਰਾ ਨਹੀਂ ਕੀਤਾ ਜਾਂਦਾ, ਆਸ ਜਗਾਉਣ ਦੀ ਲੋੜ ਨਹੀਂ ਸੀ। ਕਿਉਂਕਿ ਜਦੋਂ ਪ੍ਰਧਾਨ ਮੰਤਰੀ ਜੀ ਕੋਈ ਚੀਜ਼ ਬੋਲਦੇ ਆ ਨਾ ਸਾਰਾ ਦੇਸ਼ ਸੁਣਦਾ, ਤੇ ਲੋਕਾਂ ਨੂੰ ਲੱਗਿਆ ਵੀ 20 ਲੱਖ ਕਰੋੜ ਰੁਪਏ ਹੁਣ ਸਾਡੀਆਂ ਜੇਬਾਂ 'ਚ ਆ ਜਾਓ। ਲੋਕਾਂ ਨੇ ਜੋਕ ਬਣਾਉਣੇ ਸ਼ੁਰੂ ਕਰਤੇ ਕਿ ਜੀ 15-15 ਲੱਖ ਰੁਪਈਆ ਆ ਰਿਹਾ, ਡਿਵਾਈਡ ਕਰਕੇ ਦੇਖ ਲਓ ਵੀ ਕਿੰਨਾ ਬਣਦਾ। ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਸਾਨੂੰ ਕੋਵਿਡ ਦੇ ਵਿੱਚ। ਸਾਨੂੰ ਲੋੜ ਹੈਗੀ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਲੋਕਾਂ ਦੇ ਜਿਹੜੇ ਬੋਝ ਪਿਆ ਨਾ 2 ਮਹੀਨਿਆਂ ਦਾ ਘਰ ਬਹਿ ਕੇ, ਉਹ ਬੋਝ ਨੂੰ ਘਟਾ ਦਿੰਦੇ, ਕੈਸ਼ ਕੁਛ ਵੀ ਨਾ ਦਿੰਦੇ, ਚਾਹੇ ਉਹ ਸਟੇਟ ਲੈਵਲ ਦੇ ਸੀ, ਚਾਹੇ ਸੈਂਟਰ ਲੈਵਲ ਦੇ ਸੀ, ਚਾਹੇ ਬੈਂਕ ਦੇ ਸੀ, ਚਾਹੇ ਬਿਜਲੀ ਦੇ ਬਿੱਲ ਸੀਗੇ ਸਾਡੇ, ਚਾਹੇ ਉਹ ਕਹਿੰਦੇ ਇੰਟਰਸਟ ਦੀਆਂ ਕਿਸ਼ਤਾਂ ਸੀਗੀਆਂ। ਜਿਹੜੇ ਬੰਦੇ ਦੇ ਕੋਲੇ ਰੋਟੀ ਨਹੀਂ ਸੀਗੀ ਉਹਨੂੰ ਤਾਂ ਰੋਟੀ ਦੇ ਹੀ ਰਹੇ ਆ ਉਹ ਗਰੀਬਾਂ ਨੂੰ, ਤੇ ਜਿਹਦੇ ਕੋਲੇ ਹੈਗੀ ਆ ਰੋਟੀ ਉਹਨਾਂ ਨੂੰ ਆਹ ਬਰਡਨ ਜਿਹੜਾ ਫਾਈਨੈਂਸ਼ੀਅਲ ਆ ਉਹਨੂੰ ਐਡਰੈਸ ਕਰ ਦਿੰਦੇ। ਤੇ ਇਸ ਤੋਂ ਇਲਾਵਾ ਤਾਂ ਲੋੜ ਹੀ ਨਹੀਂ ਕੋਈ ਨਹੀਂ ਸੀ। ਤਾਂ ਹੁਣ ਓਵਰਆਲ ਜਿਹੜਾ ਹੈ ਕਿ ਕਿੰਨਾ ਕੁ ਹਿੱਤ ਦੇ ਵਿੱਚ ਹੈ ਮੱਧ ਵਰਗ ਤੇ ਆਮ ਜਿਹੜੀ ਜਨਤਾ, ਉਸ ਦੇ ਲਈ ਥੋੜਾ ਉਸ ਬਾਰੇ ਦੱਸਣਾ ਅਖੀਰ ਤੇ। ਦੇਖੋ ਮੱਧ ਵਰਗ ਤਾਂ ਹਮੇਸ਼ਾ ਹੀ ਪਿਸਦੀ ਰਹੀ ਹੈ। ਕਿਉਂਕਿ ਅਮੀਰਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਉਹਨਾਂ ਕੋਲ ਬਹੁਤ ਆ।
ਗਰੀਬਾਂ ਨੂੰ ਵਿਚਾਰਿਆਂ ਨੂੰ ਲੋੜ ਆ, ਉਹਨਾਂ ਦੀ ਰੋਟੀ ਦੀ ਲੋੜ ਉਹਨਾਂ ਨੇ ਪੂਰੀ ਕਰਤੀ। ਮੱਧ ਵਰਗ ਨੂੰ ਕੁਝ ਨਹੀਂ ਸਮਝਦੇ, ਮੱਧ ਵਰਗ ਹੀ ਰੋਟੀ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਦਿੰਦੇ ਆ, ਮੱਧ ਵਰਗ ਹੀ ਆ ਜਿਹੜਾ ਸਾਰਾ ਕੰਮ ਕਰਦੀ ਆ। ਲੇਕਿਨ ਮੱਧ ਵਰਗ ਲਈ ਇਸ ਦੇਸ਼ 'ਚ ਪਹਿਲਾਂ ਨਾ ਤਾਂ ਕਦੇ ਕੁਝ ਹੋਇਆ ਤੇ ਨਾ ਹੀ ਆਉਣ ਵਾਲੇ ਟਾਈਮ 'ਚ ਅਸੀਂ ਉਮੀਦ ਕਰਦੇ ਵੀ ਹੋਊਗਾ, ਕਿਉਂਕਿ ਇਹ ਟੈਕਸ ਦੇ ਦੇਣ ਤਦ ਵੀ ਚੋਰ ਨੇ, ਨਾ ਦੇਣ ਤਾਂ ਹੈਗੇ ਹੀ ਆ। ਤੇ ਇਸ ਕਰਕੇ ਮੱਧ ਵਰਗ ਲਈ, ਮੱਧ ਵਰਗ ਦੀਆਂ ਐਕਸਪੈਕਟੇਸ਼ਨਾਂ ਤਾਂ ਗੌਰਮੈਂਟ ਤੋਂ ਹੈ ਹੀ ਨਹੀਂ। ਕਿਉਂ? ਕਿਉਂਕਿ ਟੌਪ ਲਾਈਨ ਤੇ ਬੋਟਮ ਲਾਈਨ ਉਹਨਾਂ ਦਾ ਧਿਆਨ ਹੀ ਉੱਧਰ ਆ। ਬੋਟਮ ਲਾਈਨ ਵੋਟਾਂ ਨੇ, ਟੌਪ ਲਾਈਨ ਉਹਨਾਂ ਨੂੰ ਫੰਡ ਕਰਦੇ ਆ ਪਾਰਟੀ ਦੇ ਵਿੱਚ, ਤੇ ਮੀਡੀਅਮ ਕਲਾਸ ਤਾਂ ਪਿਸਣੀ ਆ ਤੇ ਪਿਸਦੀ ਰਹੀ ਆ ਤੇ ਉਹਨੂੰ ਕੁਝ ਨਹੀਂ ਮਿਲਣਾ। ਸੋ ਅਰਥ ਵਿਵਸਥਾ ਦੇ ਮਾਹਿਰਾਂ ਨੇ ਬੜੇ ਵਿਸਥਾਰ ਨਾਲ 20 ਲੱਖ ਕਰੋੜ ਦੇ ਪੈਕੇਜ ਦੀ ਜਾਣਕਾਰੀ ਦਿੱਤੀ ਹੈ। ਅੱਜ ਜਿਹੜਾ ਪੰਜਵਾਂ ਭਾਗ ਜਿਹੜਾ ਸੀਗਾ, ਜਿਹੜਾ ਅਖੀਰਲਾ ਭਾਗ ਸੀਗਾ, ਨਿਰਮਲਾ ਸੀਤਾਰਮਨ ਜੀ ਵੱਲੋਂ ਉਸ ਦੀ ਜਾਣਕਾਰੀ ਦਿੱਤੀ ਗਈ ਸੀ। ਅਖੀਰਲੇ ਦਿਨਾਂ 'ਚ ਪੂਰੇ 5 ਜਿਹੜੇ ਭਾਗਾਂ ਦੀ ਜਾਣਕਾਰੀ ਦਿੰਦੇ ਹੋਏ ਇਹਨਾਂ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ ਮੱਧ ਵਰਗ ਵਾਸਤੇ, ਸਿਰਫ ਔਰ ਸਿਰਫ ਮੱਧ ਵਰਗ ਜਿਹੜਾ ਸ਼ੁਰੂ ਤੋਂ ਪਿਸਦਾ ਆਇਆ ਤੇ ਅੱਗੇ ਵੀ ਪਿਸਦਾ ਹੀ ਰਹੇਗਾ। ਇਸ ਤੋਂ ਇਲਾਵਾ ਜਿਹੜਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ 20 ਲੱਖ ਕਰੋੜ ਦੇ ਪੈਕੇਜ ਦੀ ਜਿਹੜੇ ਕਿ ਆਸ ਨਹੀਂ ਜਗਾਉਣੀ ਚਾਹੀਦੀ ਸੀ। ਚਿਰਾਗ ਸ਼ਰਮਾ, ਅਜੀਤ ਵੈਬ ਟੀਵੀ, ਜਲੰਧਰ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।